ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੀਵੀ ਪੰਜਾਬੀ ਕਹਾਣੀਆਂ ਤੇ। ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਨਵੀਂ ਪੰਜਾਬੀ ਕਹਾਣੀ। ਮੇਰਾ ਕੀ ਕਸੂਰ ਸੀ ਕਿ ਅੱਜ ਮੈਨੂੰ ਬਲੀ ਦਾ ਬੱਕਰਾ ਬਣਾਇਆ ਗਿਆ। ਗੱਲ ਅਸਲ ਵਿੱਚ ਇਹ ਸੀ ਕਿ ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਹਾਂ। ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਮੇਰੇ ਤੇ ਕੋਮਲ ਦੇ ਰਿਸ਼ਤੇ ਬਾਰੇ ਵੀ ਦੱਸਿਆ ਸੀ। ਪਹਿਲਾਂ ਤਾਂ ਮੇਰੇ ਪਰਿਵਾਰ ਵਾਲੇ ਮੇਰਾ ਵਿਆਹ ਕੋਮਲ ਨਾਲ ਕਰਨ ਲਈ ਤਿਆਰ ਨਹੀਂ ਸਨ। ਮੇਰੇ ਕਾਫੀ ਯਤਨ ਕਰਨ ਤੋਂ ਬਾਅਦ ਉਹਨਾਂ ਨੇ ਵੀ ਹਾਂ ਕਰ ਦਿੱਤੀ। ਮੈਂ ਬਹੁਤ ਖੁਸ਼ ਸੀ, ਪਰ ਅਚਾਨਕ ਮੇਰੀ ਜ਼ਿੰਦਗੀ ਵਿੱਚ ਕੁਝ ਅਜਿਹਾ ਵਾਪਰ ਗਿਆ ਜਿਸ ਨਾਲ ਮੇਰਾ ਸਭ ਕੁਝ ਬਰਬਾਦ ਹੋ ਗਿਆ। ਇੱਕ ਦਿਨ ਮੈਂ ਇੱਕ ਵਿਆਹ ਵਿੱਚ ਗਿਆ। ਉਹ ਵਿਆਹ ਮੇਰੇ ਦੋਸਤ ਦੀ ਭੈਣ ਅੰਜਨਾ ਦਾ ਸੀ। ਮੇਰਾ ਦੋਸਤ 1 ਮਹੀਨਾ ਪਹਿਲਾਂ ਇੱਕ ਕਾਰ ਹਾਦਸੇ ਵਿੱਚ ਮਾਰਿਆ ਗਿਆ ਸੀ। ਘਰ ਵਿੱਚ ਸਿਰਫ ਉਸਦੀ ਮਾਂ ਅਤੇ ਉਸਦੀ ਭੈਣ ਹੀ ਸਨ। ਘਰ ਵਿੱਚ ਕੋਈ ਨਾ ਹੋਣ ਕਾਰਨ ਇਸ ਵਿਆਹ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਸੀ। ਅੰਜਨਾ ਦੁਲਹਨ ਬਣ ਕੇ ਬੈਠੀ ਸੀ। ਅਸੀਂ ਸਾਰੇ ਬਰਾਤ ਆਉਣ ਦਾ ਇੰਤਜ਼ਾਰ ਕਰ ਰਹੇ ਸੀ ਅਤੇ ਕਾਫੀ ਦੇਰ ਹੋ ਚੁੱਕੀ ਸੀ। ਬਰਾਤ ਦਾ ਕੋਈ ਅਤਾ ਪਤਾ ਨਹੀਂ ਸੀ। ਰਾਤ ਵੀ ਤੇਜ਼ੀ ਨਾਲ ਨੇੜੇ ਆ ਰਹੀ ਸੀ। ਅੰਜਨਾ ਦੀ ਮਾਂ ਸ਼ੋਭਾ ਜੀ ਦੀ ਬੇਚੈਨੀ ਹੌਲੀ-ਹੌਲੀ ਵਧਣ ਲੱਗੀ। ਇਹ ਸਭ ਦੇਖ ਕੇ ਮੈਂ ਵੀ ਬਹੁਤ ਘਬਰਾਉਣ ਲੱਗਾ, ਕਿਉਂਕਿ ਵਿਆਹ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਸੀ। ਮੈਂ ਮੁੰਡੇ ਵਾਲਿਆਂ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ। ਕਾਫੀ ਰਾਤ ਹੋ ਗਈ ਸੀ। ਰਾਤ ਦੇ 12 ਵੱਜ ਚੁੱਕੇ ਸਨ। ਅੰਜਨਾ ਤੇ ਸ਼ੋਭਾ ਜੀ ਦਾ ਰੋ ਬੁਰਾ ਹਾਲ ਹੋ ਚੁੱਕਾ ਸੀ। ਘਰ ਦੇ ਸਾਰੇ ਮਹਿਮਾਨ ਵੀ ਚਿੰਤਤ ਸਨ ਕਿ ਬਰਾਤ ਨੂੰ ਆਉਣ ਵਿੱਚ ਇੰਨੀ ਦੇਰ ਕਿਉਂ ਲੱਗ ਰਹੀ ਹੈ। ਬਰਾਤ ਨਾ ਆਉਣ ਕਾਰਨ ਮੈਂ ਵੀ ਬਾਹਰਲੇ ਦਰਵਾਜ਼ੇ ਤੇ ਬੈਠਾ ਚਿੰਤਤ ਸੀ। ਫਿਰ ਕੁਝ ਸਮੇਂ ਬਾਅਦ ਮੇਰੇ ਮੋਬਾਈਲ ਤੇ ਲੜਕੇ ਦੇ ਪਿਤਾ ਜੀ ਦਾ ਫੋਨ ਆਇਆ। ਉਸਨੇ ਮੈਨੂੰ ਕਿਹਾ, ਬੇਟੇ ਵਰੁਣ ਮੇਰੇ ਬੇਟੇ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਮੈਂ ਲੜਕੇ ਦੇ ਪਿਤਾ ਨੂੰ ਵਿਆਹ ਨਾ ਕਰਨ ਦਾ ਕਾਰਨ ਪੁੱਛਿਆ। ਉਸਨੇ ਕੁਝ ਨਹੀਂ ਕਿਹਾ ਤੇ ਕਾਲ ਕੱਟ ਦਿੱਤੀ। ਮੈਂ ਅੰਜਨਾ ਦੀ ਮਾਂ ਸ਼ੋਭਾ ਜੀ ਨੂੰ ਬੁਲਾਇਆ ਅਤੇ ਸਾਰੀ ਸੱਚਾਈ ਦੱਸੀ। ਉਸ ਦੀ ਹਾਲਤ ਖਰਾਬ ਸੀ ਤੇ ਬਹੁਤ ਰੋ ਰਹੀ ਸੀ। ਹਰ ਕੋਈ ਇਸ ਵੇਲੇ ਬਹੁਤ ਪਰੇਸ਼ਾਨ ਸੀ। ਥੋੜੀ ਦੇਰ ਬਾਅਦ ਸ਼ੋਭਾ ਜੀ ਮੇਰੇ ਕੋਲ ਆਈ ਅਤੇ ਮੇਰੇ ਪੈਰੀ ਪੈ ਕੇ ਰੋਣ ਲੱਗੀ। ਮੈਂ ਘਬਰਾ ਗਿਆ ਤੇ ਉਹਨਾਂ ਨੂੰ ਚੁੱਪ ਕਰਾਉਣਾ ਸ਼ੁਰੂ ਕਰ ਦਿੱਤਾ। ਉਹ ਮੈਨੂੰ ਕਹਿਣ ਲੱਗੀ, ਪੁੱਤਰ ਮੇਰੀ ਇੱਜ਼ਤ ਬਚਾ ਲੈ। ਅੱਜ ਅੰਜਨਾ ਦਾ ਵਿਆਹ ਹੈ, ਉਸ ਦਾ ਕੀ ਹੋਵੇਗਾ? ਉਹ ਤਾਂ ਪੂਰੀ ਤਰ੍ਹਾਂ ਟੁੱਟ ਜਾਵੇਗੀ। ਇੰਨੀਆਂ ਤਿਆਰੀਆਂ ਅਤੇ ਮੇਰੀ ਧੀ ਅੰਜਨਾ ਦੀਆਂ ਇੱਛਾਵਾਂ ਸਭ ਖਤਮ ਹੋ ਜਾਣਗੀਆਂ। ਇਸ ਲਈ ਪੁੱਤਰ ਤੂੰ ਅੰਜਨਾ ਨਾਲ ਵਿਆਹ ਕਰਵਾ ਕੇ ਸਾਡੀ ਇੱਜ਼ਤ ਬਚਾ ਲੈ। ਮੈਂ ਹੈਰਾਨ ਹੋ ਗਿਆ ਤੇ ਸ਼ੋਭਾ ਆਂਟੀ ਨੂੰ ਕਿਹਾ, ਆਂਟੀ ਇਹ ਕਿਵੇਂ ਹੋ ਸਕਦਾ ਹੈ? ਰਵੀ ਮੇਰਾ ਦੋਸਤ ਸੀ ਤੇ ਮੈਂ ਅੰਜਨਾ ਨੂੰ ਆਪਣੀ ਭੈਣ ਦੀ ਤਰ੍ਹਾਂ ਮੰਨਦਾ ਹਾਂ। ਸ਼ੋਭਾ ਆਂਟੀ ਨੇ ਕਿਹਾ, ਬੇਟਾ ਮੈਨੂੰ ਦੱਸ, ਤੂੰ ਅੰਜਨਾ ਨੂੰ ਆਪਣੀ ਭੈਣ ਸਮਝਦਾ ਹੈ, ਪਰ ਉਹ ਤੁਹਾਡੀ ਭੈਣ ਨਹੀਂ ਹੈ। ਪੁੱਤਰ ਤੁਸੀਂ ਸਵੇਰੇ ਵਿਆਹ ਲਈ ਤਿਆਰ ਹੋ ਜਾਓ। ਤੇ ਆਪਣੀ ਇੱਜ਼ਤ ਦੀ ਦੁਹਾਰੀ ਦਿੰਦੀ ਹੋਈ ਮੇਰੇ ਪੈਰੀ ਪੈ ਗਈ ਅਤੇ ਕੋਈ ਕਿੰਨਾ ਵੀ ਪੱਥਰ ਕਿਉਂ ਨਾ ਹੋਵੇ ਪਿੰਗਲ ਹੀ ਜਾਵੇ। ਪਰ ਮਾਂ ਜੀ, ਮੈਂ ਆਪਣੇ ਪਰਿਵਾਰ ਵਾਲਿਆਂ ਨੂੰ ਕੀ ਜਵਾਬ ਦੇਵਾਂਗਾ? ਉਹਨਾਂ ਨੇ ਮੇਰੇ ਸਾਹਮਣੇ ਹੱਥ ਜੋੜ ਕੇ ਕਿਹਾ, ਪੁੱਤਰ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਚਿੰਤਾ ਨਾ ਕਰੋ, ਮੈਂ ਉਹਨਾਂ ਨੂੰ ਮਨਾ ਲਵਾਂਗੀ। ਬਸ ਤੁਸੀਂ ਮੇਰੀ ਧੀ ਅੰਜਨਾ ਨਾਲ ਵਿਆਹ ਕਰ ਲਓ। ਤੁਸੀਂ ਕੋਈ ਅਪਰਾਧ ਨਹੀਂ ਕਰ ਰਹੇ ਹੋ, ਤੁਸੀਂ ਇੱਕ ਚੰਗਾ ਕੰਮ ਕਰ ਰਹੇ ਹੋ। ਪੁੱਤਰ ਤੁਸੀਂ ਹਾਂ ਕਰੋ, ਸਭ ਠੀਕ ਹੋ ਜਾਵੇਗਾ। ਮੈਂ ਬਹੁਤ ਉਲਝਣ ਵਿੱਚ ਸੀ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਇੱਕ ਪਾਸੇ ਮੇਰਾ ਪਿਆਰ ਸੀ ਜਿਸ ਨੂੰ ਮੈਂ ਦਿਲੋਂ ਪਿਆਰ ਕਰਦਾ ਸੀ ਅਤੇ ਦੂਜੇ ਪਾਸੇ ਅੰਜਨਾ ਦੁਲਹਨ ਬਣ ਕੇ ਬੈਠੀ ਸੀ। ਉਸ ਦੀ ਮਾਂ ਰੋ ਕੇ ਮੇਰੇ ਸਾਹਮਣੇ ਆਪਣੀ ਇੱਜ਼ਤ ਦੀ ਭੀਖ ਮੰਗ ਰਹੀ ਸੀ। ਉਹ ਕਹਿ ਰਹੀ ਸੀ ਕਿ ਬੇਟਾ ਜੇ ਅੱਜ ਵਿਆਹ ਨਹੀਂ ਹੋਇਆ ਤਾਂ ਕੱਲ ਨੂੰ ਕੋਈ ਲੜਕਾ ਉਸ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਹੋਵੇਗਾ, ਕਿਉਂਕਿ ਸਾਰੇ ਸੋਚਣਗੇ ਕਿ ਸ਼ਾਇਦ ਕੋਈ ਕਮੀ ਸੀ ਇਸ ਕੁੜੀ ਵਿੱਚ ਜਿਸ ਕਾਰਨ ਇਸ ਦੀ ਬਰਾਤ ਨਹੀਂ ਆਈ। ਪਰ ਮੈਂ ਮਜਬੂਰ ਸੀ। ਮੈਂ ਵੀ ਕੀ ਕਰ ਸਕਦਾ ਸੀ? ਕੁਝ ਸਮਝ ਨਹੀਂ ਆ ਰਿਹਾ ਸੀ। ਕੀ ਕਰਾਂ ਕੀ ਨਾ ਕਰਾਂ? ਮੈਂ ਬਹੁਤ ਸੋਚਿਆ ਅਤੇ ਕਾਫੀ ਸੋਚਣ ਤੋਂ ਬਾਅਦ ਮੈਂ ਅੰਜਨਾ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਿਆ। ਪਰ ਮੈਂ ਬਹੁਤ ਉਦਾਸ ਸੀ। ਉਸ ਨਾਲ ਵਿਆਹ ਕਰਨਾ ਮੇਰੀ ਮਜਬੂਰੀ ਸੀ। ਸ਼ੁਭ ਸਮਾਂ ਲੰਘ ਰਿਹਾ ਸੀ। ਅਜੇ 'ਚ ਮੈਂ ਮੰਡਪ ਵਿੱਚ ਲਾੜਾ ਬਣ ਕੇ ਬੈਠ ਗਿਆ। ਕੁਝ ਸਮੇਂ ਬਾਅਦ ਅੰਜਨਾ ਤੇ ਮੇਰਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਅੰਜਨਾ ਦੇ ਘਰ ਬੁਲਾ ਲਿਆ।
ਮੇਰੇ ਪਿਤਾ ਜੀ ਪਿੰਡ ਦੇ ਮੁਖੀ ਸਨ ਤੇ ਇੱਕ ਚੰਗੇ ਇਨਸਾਨ ਵੀ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਉਸ ਬੇਸਹਾਰਾ ਲੜਕੀ ਨੂੰ ਸਹਾਰਾ ਦੇਣ ਲਈ ਉਸ ਨਾਲ ਵਿਆਹ ਕਰਾ ਲਿਆ ਹੈ ਤਾਂ ਉਹਨਾਂ ਨੂੰ ਬਿਲਕੁਲ ਵੀ ਬੁਰਾ ਨਹੀਂ ਲੱਗਾ ਅਤੇ ਉਹਨਾਂ ਨੇ ਮੈਨੂੰ ਅੰਜਨਾ ਨਾਲ ਵਿਆਹ ਕਰਨ ਲਈ ਸ਼ਾਬਾਸ਼ੇ ਵੀ ਦਿੱਤੀ। ਪਰ ਮੈਂ ਬਿਲਕੁਲ ਵੀ ਖੁਸ਼ ਨਹੀਂ ਸੀ ਕਿਉਂਕਿ ਮੈਨੂੰ ਬਲੀ ਦਾ ਬੱਕਰਾ ਬਣਾਇਆ ਗਿਆ। ਵਿਆਹ ਤੋਂ ਬਾਅਦ ਜਦੋਂ ਮੈਂ ਅੰਜਨਾ ਨੂੰ ਆਪਣੇ ਨਾਲ ਘਰ ਲੈ ਗਿਆ ਤਾਂ ਪਿਤਾ ਜੀ ਨੇ ਮਾਂ ਨੂੰ ਸਾਰੀ ਗੱਲ ਸਮਝਾ ਦਿੱਤੀ। ਮਾਂ ਨੂੰ ਵੀ ਇਸ ਵਿਆਹ ਤੇ ਕੋਈ ਇਤਰਾਜ਼ ਨਹੀਂ ਸੀ। ਅੰਜਨਾ ਚੰਗੀ ਕੁੜੀ ਸੀ, ਪਰ ਇਸ ਸਭ ਵਿੱਚ ਕੋਮਲ ਦਾ ਕੀ ਕਸੂਰ ਸੀ? ਉਹ ਵੀ ਬਹੁਤ ਚੰਗੀ ਕੁੜੀ ਸੀ। ਉਸਨੇ ਮੇਰੇ ਨਾਲ ਜੀਣ ਅਤੇ ਮਰਨ ਦੀ ਸਹੁੰ ਖਾਧੀ ਸੀ। ਸ਼ਾਮ ਢਲ ਰਹੀ ਸੀ, ਮੇਰਾ ਦਿਲ ਧੜਕਣ ਛੱਡ ਰਿਹਾ ਸੀ ਕਿਉਂਕਿ ਮੈਂ ਅੰਜਨਾ ਨੂੰ ਇੱਕ ਪਤਨੀ ਦੇ ਰੂਪ ਵਿੱਚ ਸਵੀਕਾਰ ਨਹੀਂ ਕਰ ਸਕਦਾ ਸੀ। ਰਾਤ ਦੇ ਖਾਣੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਮੈਨੂੰ ਅੰਜਨਾ ਦੇ ਕਮਰੇ ਵਿੱਚ ਭੇਜਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਜਾਣ ਲਈ ਤਿਆਰ ਨਹੀਂ ਸੀ। ਮੈਂ ਰੋਂਦੇ ਹੋਏ ਮਾਂ ਨੂੰ ਕਹਿ ਰਿਹਾ ਸੀ ਕਿ ਇਹ ਕੀ ਹੋ ਗਿਆ ਮਾਂ, ਮੈਂ ਤਾਂ ਕੋਮਲ ਨੂੰ ਪਿਆਰ ਕਰਦਾ ਸੀ ਪਰ ਮੇਰਾ ਵਿਆਹ ਅੰਜਨਾ ਨਾਲ ਹੋ ਗਿਆ। ਮਾਂ ਮੈਨੂੰ ਸਮਝਾਉਂਦੀ ਹੈ ਕਿ ਬੇਟਾ, ਕਿਸਮਤ ਦੀ ਖੇਡ ਨੂੰ ਕੋਈ ਨਹੀਂ ਸਮਝ ਸਕਦਾ। ਅੰਜਨਾ ਵੀ ਚੰਗੀ ਕੁੜੀ ਹੈ, ਤੁਸੀਂ ਉਸ ਨੂੰ ਆਪਣੀ ਪਤਨੀ ਮੰਨ ਲਓ। ਪਰ ਮੈਂ ਅਜਿਹਾ ਕਰਨ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਪਰ ਮੈਨੂੰ ਧੱਕੇ ਨਾਲ ਅੰਜਨਾ ਦੇ ਕਮਰੇ ਵਿੱਚ ਭੇਜ ਦਿੱਤਾ ਗਿਆ। ਅੰਜਨਾ ਨੂੰ ਵੀ ਪਤਾ ਲੱਗ ਗਿਆ ਸੀ ਕਿ ਉਸ ਦਾ ਤੇ ਮੇਰਾ ਵਿਆਹ ਇੱਕ ਮਜਬੂਰੀ ਹੈ। ਜਦੋਂ ਮੈਂ ਕਮਰੇ ਵਿੱਚ ਗਿਆ ਤਾਂ ਅੰਜਨਾ ਰੋ ਰਹੀ ਸੀ, ਪਰ ਮੈਨੂੰ ਉਸ ਦੇ ਰੋਣ ਨਾਲ ਕੋਈ ਫਰਕ ਨਹੀਂ ਪਿਆ। ਮੈਂ ਉਸ ਨੂੰ ਕਿਹਾ, ਦੇਖੋ, ਆਪਣਾ ਵਿਆਹ ਮਜਬੂਰੀ ਵਿੱਚ ਹੋਇਆ ਹੈ, ਇਸ ਲਈ ਤੁਸੀਂ ਮੇਰੇ ਤੋਂ ਕੋਈ ਉਮੀਦ ਨਾ ਰੱਖਿਓ। ਇਹ ਕਹਿ ਕੇ ਮੈਂ ਸਿਰਹਾਣਾ ਚੁੱਕਿਆ ਤੇ ਫਿਰ ਸੋਫੇ ਤੇ ਸੋ ਗਿਆ। ਜਦੋਂ ਸਵੇਰਾ ਹੋਇਆ ਤਾਂ ਮੈਂ ਆਪਣੇ ਦੁੱਖ ਸੁੱਖ ਕਾਰਨ ਲਈ ਨਿਕਲ ਗਿਆ। ਮੈਨੂੰ ਕੋਮਲ ਦਾ ਫੋਨ ਆਇਆ। ਉਹ ਰੋ ਰਹੀ ਸੀ। ਸ਼ਾਇਦ ਉਸ ਨੂੰ ਕਿਸੇ ਨੇ ਸਭ ਕੁਝ ਦੱਸ ਦਿੱਤਾ। ਮੈਂ ਕੋਮਲ ਨੂੰ ਸਮਝਾਇਆ ਕਿ ਤੂੰ ਰੋ ਨਾ। ਮੈਂ ਉਸ ਨੂੰ ਆਪਣੀ ਪਤਨੀ ਵਜੋਂ ਸਵੀਕਾਰ ਨਹੀਂ ਕੀਤਾ ਤੇ ਅਜੇ ਤੱਕ ਉਸ ਨੂੰ ਹੱਥ ਵੀ ਨਹੀਂ ਲਾਇਆ। ਇਹ ਬਸ ਮੇਰੀ ਮਜਬੂਰੀ ਹੈ, ਹੋਰ ਕੁਝ ਨਹੀਂ। ਕੋਮਲ ਨੇ ਮੈਨੂੰ ਕਿਹਾ ਕਿ ਤੁਸੀਂ ਗੱਲਾਂ ਤਾਂ ਬਹੁਤ ਵੱਡੀਆਂ ਕਰਦੇ ਹੋ ਪਰ ਕਰਦੇ ਕੁਝ ਨਹੀਂ। ਅੱਜ ਤੋਂ ਬਾਅਦ ਤੁਸੀਂ ਮੈਨੂੰ ਕਾਲ ਨਾ ਕਰਿਓ। ਇਹ ਕਹਿ ਕੇ ਕੋਮਲ ਨੇ ਕਾਲ ਕੱਟ ਦਿੱਤੀ। ਇਸ ਵਿੱਚ ਮੇਰਾ ਕੀ ਕਸੂਰ ਸੀ ਕਿ ਮੈਨੂੰ ਇੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ? ਨਾ ਤਾਂ ਮੇਰੀ ਕੋਮਲ ਹੋ ਸਕਦੀ ਸੀ ਤੇ ਨਾ ਹੀ ਮੈਂ ਅੰਜਨਾ ਨੂੰ ਸਵੀਕਾਰ ਕਰ ਸਕਦਾ ਸੀ ਕਿਉਂਕਿ ਮੈਂ ਬਚਪਨ ਤੋਂ ਹੀ ਉਸ ਨੂੰ ਆਪਣੀ ਭੈਣ ਸਮਝਦਾ ਸੀ। ਮੇਰਾ ਹਰ ਰੋਜ਼ ਦਾ ਇਹ ਰਵੱਈਆ ਬਣ ਗਿਆ। ਮੈਂ ਰਾਤ ਨੂੰ ਸੋਫੇ ਤੇ ਸੌਂਦਾ ਅਤੇ ਸਵੇਰੇ ਉੱਠ ਕੇ ਨਾਸ਼ਤਾ ਕਰਕੇ ਬਾਹਰ ਚਲਾ ਜਾਂਦਾ। ਮੇਰੀ ਮਾਂ ਮੈਨੂੰ ਹਰ ਰੋਜ਼ ਸਮਝਾਉਂਦੀ ਕਿ ਬੇਟਾ, ਅੰਜਨਾ ਇੱਕ ਚੰਗੀ ਲੜਕੀ ਹੈ, ਤੂੰ ਉਸ ਨੂੰ ਸਵੀਕਾਰ ਕਰ ਲੈ। ਪਰ ਮੈਂ ਉਸ ਨੂੰ ਆਪਣਾ ਮੰਨਣ ਲਈ ਤਿਆਰ ਨਹੀਂ ਸੀ ਕਿਉਂਕਿ ਮੈਂ ਤਾਂ ਕੋਮਲ ਨੂੰ ਆਪਣਾ ਬਣਾਉਣਾ ਚਾਹੁੰਦਾ ਸੀ। ਹੌਲੀ ਹੌਲੀ ਮੈਂ ਗੁੱਸਾ ਕਰਨ ਲੱਗਾ। ਮੈਂ ਜਦ ਵੀ ਘਰ ਆਉਂਦਾ ਤਾਂ ਸਭ ਨਾਲ ਗੁੱਸੇ ਨਾਲ ਗੱਲ ਕਰਦਾ। ਅੰਜਨਾ ਨਾਲ ਮੈਂ ਛੋਟੀ ਗੱਲ ਤੇ ਲੜਦਾ ਰਹਿੰਦਾ। ਉਹ ਵੀ ਵਿਚਾਰੀ ਮਾੜੀ ਕਿਸਮਤ ਦੇ ਸ਼ਿਕਾਰ ਸੀ। ਬਚਪਨ ਵਿੱਚ ਪਿਤਾ ਦੀ ਮੌਤ ਹੋ ਗਈ, ਭਰਾ ਜਵਾਨੀ ਵਿੱਚ ਗੁਜ਼ਰ ਗਿਆ ਅਤੇ ਲਾੜਾ ਵਿਆਹ ਵਿੱਚ ਨਹੀਂ ਆਇਆ ਤੇ ਵਿਆਹ ਵੀ ਅਜੇ ਵਿਅਕਤੀ ਨਾਲ ਹੋਇਆ ਜੋ ਉਸ ਨੂੰ ਆਪਣੀ ਪਤਨੀ ਦਾ ਦਰਜਾ ਨਹੀਂ ਦੇ ਸਕਿਆ। ਉਹ ਵੀ ਇਸ ਰੋਜ਼ ਦੀ ਲੜਾਈ ਤੋਂ ਥੱਕ ਗਈ ਸੀ। ਉਹ ਹਰ ਸਮੇਂ ਬਿਮਾਰ ਰਹਿਣ ਲੱਗੇ। ਭਾਵੇਂ ਉਹ ਮਰਦੀ ਜਾਂ ਜਿਉਂਦੀ ਜਾਂ ਬਿਮਾਰ ਹੁੰਦੀ, ਮੈਨੂੰ ਕੋਈ ਫਰਕ ਨਾ ਪੈਂਦਾ। ਉਸ ਦੇ ਦਿਨ ਬੜੇ ਦੁੱਖ ਨਾਲ ਬੀਤ ਰਹੇ ਸਨ। ਇੱਕ ਰਾਤ ਦੀ ਗੱਲ ਹੈ, ਉਹ ਮੇਰੇ ਕੋਲ ਆਈ ਤੇ ਮੇਰੇ ਪੈਰ ਫੜ ਕੇ ਕਹਿਣ ਲੱਗੀ, ਵਰੁਣ ਜੀ, ਮੈਂ ਜਾਣਦੀ ਹਾਂ ਕਿ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ। ਤੁਹਾਡਾ ਤੇ ਮੇਰਾ ਪਿਆਰ ਇੱਕ ਮਜਬੂਰੀ ਹੈ। ਕੱਲ ਮੈਂ ਆਪਣੇ ਪੇਕੇ ਘਰ ਜਾ ਰਹੀ ਹਾਂ। ਪਤਾ ਨਹੀਂ ਮੈਂ ਵਾਪਸ ਆਵਾਂਗੀ ਜਾਂ ਨਹੀਂ। ਮੇਰੀ ਇੱਕ ਖੁਆਇਸ਼ ਹੈ, ਤੁਸੀਂ ਮੈਨੂੰ ਇੱਕ ਵਾਰ ਗਲੇ ਲਗਾ ਲਵੋ। ਭਾਵੇਂ ਤੁਸੀਂ ਮੈਨੂੰ ਆਪਣੀ ਪਤਨੀ ਨਹੀਂ ਸਮਝਦੇ ਪਰ ਮੈਂ ਤੁਹਾਨੂੰ ਦਿਲੋਂ ਆਪਣਾ ਪਤੀ ਸਮਝਦੀ ਹਾਂ। ਉਹ ਇਸ ਤਰ੍ਹਾਂ ਕਹਿ ਰਹੀ ਸੀ ਕਿ ਪੱਥਰ ਦਿਲ ਵੀ ਪਿਘਲ ਜਾਵੇ। ਕਮਰੇ ਵਿੱਚ ਉਸ ਨਾਲ ਸੌਂਦਿਆਂ ਮੈਨੂੰ ਵੀ ਉਸ ਨਾਲ ਲਗਾਓ ਹੋ ਗਿਆ ਸੀ। ਇਸ ਲਈ ਮੈਂ ਉਸ ਦੀ ਇੱਛਾ ਪੂਰੀ ਕੀਤੀ। ਮੈਂ ਉਸ ਨੂੰ ਜੱਫੀ ਪਾ ਲਈ। ਮੈਂ ਤੇ ਅੰਜਨਾ ਅੱਜ ਇੱਕ ਹੋ ਗਈ ਸੀ।
ਅਗਲੀ ਸਵੇਰ ਜਦੋਂ ਮੈਂ ਜਾਗਿਆ ਤਾਂ ਮੈਨੂੰ ਉੱਠਣ ਵਿੱਚ ਦੇਰ ਹੋ ਚੁੱਕੀ ਸੀ ਅਤੇ ਅੰਜਨਾ ਕਮਰੇ ਵਿੱਚ ਨਹੀਂ ਸੀ। ਮੈਂ ਉਸ ਨੂੰ ਇੱਧਰ ਉੱਧਰ ਦੇਖਿਆ। ਫਿਰ ਮੈਂ ਬੜੀ ਬੇਚੈਨੀ ਨਾਲ ਅੰਜਨਾ ਬਾਰੇ ਮਾਂ ਨੂੰ ਪੁੱਛਿਆ, ਪਰ ਮਾਂ ਵੀ ਮੇਰੇ ਹਰ ਰੋਜ਼ ਦੇ ਝਗੜਿਆਂ ਤੋਂ ਪਰੇਸ਼ਾਨ ਹੋ ਗਈ ਸੀ। ਇਸ ਲਈ ਉਸ ਨੇ ਵਿਅੰਗਮਈ ਢੰਗ ਨਾਲ ਕਿਹਾ, ਅੱਜ ਤੁਹਾਨੂੰ ਅੰਜਨਾ ਦੀ ਬਹੁਤ ਚਿੰਤਾ ਹੈ। ਅਜੀ ਕਿਹੜੀ ਗੱਲ ਹੈ? ਗੱਲ ਟਾਲਦਿਆਂ ਮੈਂ ਕਿਹਾ, ਨਹੀਂ ਮਾਂ, ਉਹ ਤਾਂ ਸਾ ਮੈਨੂੰ ਕਿਤੇ ਦਿਖਾਈ ਨਹੀਂ ਦਿੱਤੀ, ਇਸ ਲਈ ਮੈਂ ਪੁੱਛਿਆ ਸੀ। ਮਾਂ ਨੇ ਕਿਹਾ, ਉਸ ਨੂੰ ਇੱਥੇ ਆਏ ਕਾਫੀ ਸਮਾਂ ਹੋ ਗਿਆ ਸੀ ਤੇ ਉਹ ਬਿਮਾਰ ਵੀ ਸੀ, ਇਸ ਲਈ ਮੈਂ ਉਸ ਨੂੰ ਉਸਦੇ ਪੇਕੇ ਘਰ ਭੇਜ ਦਿੱਤਾ। ਮੈਂ ਇਹ ਖਬਰ ਸੁਣ ਕੇ ਥੋੜੀ ਰਾਹਤ ਮਹਿਸੂਸ ਕੀਤੀ ਕਿ ਉਹ ਪੇਕੇ ਘਰ ਗਈ ਹੈ ਅਤੇ 2 ਦਿਨਾਂ ਵਿੱਚ ਵਾਪਸ ਆ ਜਾਵੇਗੀ। ਹੌਲੀ ਹੌਲੀ ਮੈਨੂੰ ਵੀ ਉਸ ਨਾਲ ਪਿਆਰ ਹੋ ਰਿਹਾ ਸੀ। ਅਜੇ 2-3 ਦਿਨ ਬੀਤੇ ਸਨ ਕਿ ਇੱਕ ਦਿਨ ਘਬਰਾਹਟ ਵਿੱਚ ਉਸ ਦੀ ਮਾਂ ਦਾ ਫੋਨ ਆਇਆ। ਉਹ ਰੋਂਦੇ ਹੋਏ ਕਹਿ ਰਹੇ ਸਨ ਕਿ ਬੇਟਾ ਤੂੰ ਜਲਦੀ ਆ ਜਾ, ਅੰਜਨਾ ਦੀ ਤਬੀਅਤ ਬਹੁਤ ਖਰਾਬ ਹੋ ਗਈ ਹੈ। ਜਦੋਂ ਤੱਕ ਮੈਂ ਉੱਥੇ ਪਹੁੰਚਿਆ ਅੰਜਨਾ ਦੀ ਮੌਤ ਹੋ ਚੁੱਕੀ ਸੀ। ਉਸ ਨੇ ਦੁਨੀਆ ਛੱਡ ਦਿੱਤੀ ਸੀ। ਮੈਂ ਵੀ ਬਹੁਤ ਰੋ ਰਿਹਾ ਸੀ। ਇਹ ਮੈਨੂੰ ਬਹੁਤ ਦੁਖੀ ਕਰ ਰਿਹਾ ਸੀ ਕਿ ਪਹਿਲਾਂ ਮੈਂ ਉਸ ਨੂੰ ਪਸੰਦ ਨਹੀਂ ਕਰਦਾ ਸੀ ਅਤੇ ਜਦੋਂ ਮੈਂ ਉਸ ਨੂੰ ਪਸੰਦ ਕਰਨ ਲੱਗਾ ਤਾਂ ਉਹ ਮੈਨੂੰ ਛੱਡ ਕੇ ਚਲੀ ਗਈ। ਫਿਰ ਵੀ ਮੈਨੂੰ ਉਸ ਦੀ ਮੌਤ 'ਤੇ ਯਕੀਨ ਨਹੀਂ ਆ ਰਿਹਾ ਸੀ, ਇਸ ਲਈ ਮੈਂ ਤੁਰੰਤ ਡਾਕਟਰ ਨੂੰ ਬੁਲਾਇਆ। ਡਾਕਟਰ ਨੇ ਅੰਜਨਾ ਦਾ ਚੈੱਕਅਪ ਕੀਤਾ। ਡਾਕਟਰ ਨੇ ਦੱਸਿਆ ਕਿ ਉਸ ਨੂੰ ਦਿਲ ਦੀ ਬਿਮਾਰੀ ਸੀ। ਉਹ ਮੇਰੀ ਪਤਨੀ ਸੀ। ਮੈਂ ਉਸ ਦੀ ਮਾਂ ਨੂੰ ਕਿਹਾ ਕਿ ਮੈਂ ਅੰਜਨਾ ਦਾ ਅੰਤਿਮ ਸੰਸਕਾਰ ਆਪਣੇ ਘਰ ਕਰਾਂਗਾ। ਇਸ ਲਈ ਜਦੋਂ ਮੈਂ ਉਸ ਨੂੰ ਆਪਣੇ ਘਰ ਲਿਆਉਣ ਲੱਗਾ ਤਾਂ ਉਹ ਆਉਂਦੇ ਸਮੇਂ ਅੰਜਨਾ ਦੀ ਮਾਂ ਨੇ ਮੈਨੂੰ ਚਿੱਠੀ ਦਿੱਤੀ। ਸ਼ਾਇਦ ਅੰਜਨਾ ਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਉਹ ਸਿਰਫ ਕੁਝ ਦਿਨਾਂ ਲਈ ਮਹਿਮਾਨ ਹੈ, ਇਸੇ ਲਈ ਉਸਨੇ ਮੇਰੇ ਲਈ ਇੱਕ ਚਿੱਠੀ ਲਿਖੀ ਅਤੇ ਮਰਦੇ ਸਮੇਂ ਉਸਨੇ ਇਹ ਚਿੱਠੀ ਆਪਣੀ ਮਾਂ ਨੂੰ ਦਿੱਤੀ ਕਿ ਉਹ ਮੈਨੂੰ ਦੇਣ। ਚਿੱਠੀ ਲੈ ਕੇ ਮੈਂ ਘਰ ਆਇਆ ਅਤੇ ਉਸਦੇ ਅੰਤਿਮ ਸੰਸਕਾਰ ਤੋਂ ਬਾਅਦ ਮੈਂ ਚਿੱਠੀ ਕੱਢ ਕੇ ਪੜ੍ਹਨ ਲੱਗਾ। ਉਸ ਚਿੱਠੀ ਵਿੱਚ ਲਿਖਿਆ ਸੀ, ਵਰੁਣ ਜੀ, ਜਦੋਂ ਤੁਹਾਡਾ ਤੇ ਮੇਰਾ ਵਿਆਹ ਹੋਇਆ ਸੀ ਤਾਂ ਤੁਹਾਡੇ ਘਰ ਆਉਣ ਤੋਂ ਬਾਅਦ ਮੈਨੂੰ ਹੌਲੀ-ਹੌਲੀ ਸਭ ਕੁਝ ਪਤਾ ਲੱਗ ਗਿਆ ਕਿ ਤੁਸੀਂ ਕਿਸੇ ਹੋਰ ਨੂੰ ਪਿਆਰ ਕਰਦੇ ਸੀ। ਤੁਸੀਂ ਮੇਰੀ ਅਤੇ ਮੇਰੇ ਪਰਿਵਾਰ ਦੀ ਇੱਜ਼ਤ ਬਚਾਉਣ ਲਈ ਮੇਰੇ ਨਾਲ ਵਿਆਹ ਕੀਤਾ। ਆਖਰਕਾਰ ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਸੀ ਕਿਉਂਕਿ ਤੁਸੀਂ ਮੇਰੇ ਅਤੇ ਮੇਰੇ ਪਰਿਵਾਰ ਦੀ ਇੱਜ਼ਤ ਬਚਾਉਣ ਲਈ ਆਪਣੇ ਪਿਆਰ ਦੀ ਕੁਰਬਾਨੀ ਦਿੱਤੀ ਸੀ। ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ। ਤੁਸੀਂ ਮੈਨੂੰ ਪਿਆਰ ਕਰਦੇ ਹੋ ਜਾਂ ਨਹੀਂ, ਪਰ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਸ਼ੁਕਰ ਹੈ ਕਿ ਤੁਸੀਂ ਮੈਨੂੰ ਉਸ ਰਾਤ ਆਪਣਾ ਬਣਾ ਲਿਆ। ਹਾਲਾਂਕਿ ਉਹ ਰਾਤ ਮੇਰੇ ਨਾਲ ਤੁਹਾਡੀ ਆਖਰੀ ਰਾਤ ਸੀ, ਪਰ ਉਹ ਰਾਤ ਮੇਰੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਰਾਤ ਸੀ ਅਤੇ ਮੈਨੂੰ ਯਕੀਨ ਹੈ ਕਿ ਤੁਸੀਂ ਵੀ ਮੈਨੂੰ ਹੌਲੀ-ਹੌਲੀ ਪਿਆਰ ਕਰਨ ਲੱਗ ਪਾਉਂਗੇ। ਮੈਂ ਜਾਣਦੀ ਹਾਂ ਕਿ ਤੁਸੀਂ ਦਿਲ ਦੇ ਬਹੁਤ ਚੰਗੇ ਵਿਅਕਤੀ ਹੋ। ਖੱਤ ਦੀ ਸਮਾਪਤੀ ਵਿੱਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜੇ ਕੋਮਲ ਦੀਦੀ ਦਾ ਵਿਆਹ ਨਾ ਹੋਇਆ ਤਾਂ ਤੁਸੀਂ ਉਸ ਨਾਲ ਦੁਬਾਰਾ ਵਿਆਹ ਕਰ ਲਓ। ਜੇਕਰ ਉਹ ਵਿਆਹ ਲਈ ਰਾਜ਼ੀ ਨਾ ਹੋਵੇ ਤਾਂ ਕਿਰਪਾ ਕਰਕੇ ਉਸ ਨੂੰ ਇਹ ਖੱਤ ਦਿਖਾ ਦਿਓ। ਸ਼ਾਇਦ ਉਸ ਤੋਂ ਬਾਅਦ ਉਸ ਦਾ ਦਿਲ ਪਿਘਲ ਜਾਵੇਗਾ। ਹੁਣ ਮੈਂ ਖੱਤ ਖਤਮ ਕਰਦੀ ਹਾਂ। ਤੁਹਾਡੀ ਅੰਜਨਾ। ਇਹ ਚਿੱਠੀ ਪੜ੍ਹ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣੋਂ ਨਹੀਂ ਰੁਕ ਸਕੇ। ਮੈਂ ਝਟ ਖੱਤ ਲੈ ਕੇ ਕੋਮਲ ਦੇ ਘਰ ਚਲਾ ਗਿਆ। ਕੋਮਲ ਨੇ ਵੀ ਅਜੇ ਤੱਕ ਵਿਆਹ ਨੂੰ ਸਵੀਕਾਰ ਨਹੀਂ ਕੀਤਾ ਸੀ। ਮੈਂ ਮੂੰਹੋਂ ਕੁਝ ਨਹੀਂ ਕਿਹਾ ਤੇ ਅੰਜਨਾ ਦਾ ਖੱਤ ਕੋਮਲ ਨੂੰ ਫੜਾ ਦਿੱਤਾ। ਖੱਤ ਪੜ੍ਹ ਕੇ ਕੋਮਲ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਆ ਗਏ ਅਤੇ ਉਸਨੇ ਮੈਨੂੰ ਜੱਫੀ ਪਾ ਕੇ ਕਿਹਾ, ਵਰੁਣ, ਤੂੰ ਸੱਚਮੁੱਚ ਇੱਕ ਚੰਗਾ ਇਨਸਾਨ ਹੈ। ਤੁਸੀਂ ਕਦੇ ਕਿਸੇ ਦਾ ਬੁਰਾ ਨਹੀਂ ਕਰਦੇ। ਉਸ ਸਮੇਂ ਹਾਲਾਤਾਂ ਨੇ ਤੁਹਾਨੂੰ ਬੁਰਾ ਬਣਾ ਦਿੱਤਾ ਸੀ। ਉਸ ਦਿਨ ਬਾਅਦ ਕੋਮਲ ਅਤੇ ਮੇਰਾ ਵਿਆਹ ਹੋ ਗਿਆ। ਹੁਣ ਅਸੀਂ ਖੁਸ਼ੀ-ਖੁਸ਼ੀ ਰਹਿਣ ਲੱਗੇ, ਪਰ ਅੰਜਨਾ ਦੀਆਂ ਯਾਦਾਂ ਮੇਰੇ ਦਿਲ ਵਿੱਚ ਸਦਾ ਲਈ ਹਨ ਅਤੇ ਕਦੇ ਨਹੀਂ ਭੁੱਲੀਆਂ ਜਾਣਗੀਆਂ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।